विद्यार्थियों, 7वीं श्रेणी। ਅੱਜ ਅਸੀਂ ਪੰਜਾਬੀ ਪੁਸਤਕ ਦੂਜੀ ਭਾਸ਼ਾ ਪਾਠ 2 ਜੰਗਲਾਂ ਦੇ ਲਾਭ ਲੇਖ ਪੜ੍ਹਨ ਜਾ ਰਹੇ ਹਾਂ, ਜੋ ਕਿ ਬਲਵੰਤ ਗਾਰਗੀ ਦੁਆਰਾ ਲਿਖਿਆ ਗਿਆ ਹੈ। ਬਲਵੰਤ ਗਾਰਗੀ ਨੇ ਬਹੁਤ ਹੀ ਪ੍ਰਸਿੱਧ ਅਤੇ ਪ੍ਰਭਾਵਿਤ ਲੇਖ ਲਿਖੇ। ਜੰਗਲਾਂ ਦੇ ਲਾਭ ਲੇਖ ਵੀ ਉਹਨਾਂ ਲੇਖਾਂ ਵਿੱਚੋਂ ਹੀ ਇੱਕ ਹੈ। ਜੰਗਲਾਂ ਦੇ ਲਾਭ ਲੇਖ ਪੜ੍ਹਨ ਤੋਂ ਪਹਿਲਾਂ ਅਸੀਂ ਇਸ ਬਾਰੇ ਕੁਝ ਜਾਣੀਏ। ਜਿਵੇਂ ਕਿ ਸਾਨੂੰ ਪਤਾ ਹੈ, ਜੰਗਲ ਕੁਦਰਤ ਦੀ ਦੇਣ ਹਨ ਅਤੇ ਇਸ ਦਾ ਮਨੁੱਖ ਦੇ ਜੀਵਨ ਅਤੇ ਵਾਤਾਵਰਣ ਵਿੱਚ ਬਹੁਤ ਹੀ ਮਹੱਤਵ ਹੈ। ਜੰਗਲਾਂ ਤੋਂ ਸਾਨੂੰ ਲੱਕੜੀ ਪ੍ਰਾਪਤ ਹੁੰਦੀ ਹੈ ਅਤੇ ਜੰਗਲਾਂ ਤੇ ਪਾਣੀ ਦਾ ਬਹੁਤ ਹੀ ਗਹਿਰਾ ਸੰਬੰਧ ਹੈ। ਪਾਣੀ ਜੰਗਲਾਂ ਨੂੰ ਹਰਿਆ ਭਰਿਆ ਕਰਦਾ ਹੈ ਅਤੇ ਜੰਗਲ ਮਨੁੱਖ ਦੀ ਆਮਦਨ ਦਾ ਮੁੱਖ ਸਾਧਨ ਵੀ ਸਨ। ਇਸ ਤੋਂ ਸਾਨੂੰ ਆਕਸੀਜਨ ਵੀ ਪ੍ਰਾਪਤ ਹੁੰਦੀ ਹੈ। ਪਰ ਅੱਜ ਦਾ ਮਨੁੱਖ ਜੰਗਲਾਂ ਨੂੰ ਦਿਨ ਬ ਦਿਨ ਕੱਟ ਰਿਹਾ ਹੈ ਅਤੇ ਇਸ ਦੀ ਥਾਂ ਮਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜਦ ਕਿ ਜੰਗਲਾਂ ਤੋਂ ਅਸੀਂ ਅਨੇਕਾਂ ਪ੍ਰਕਾਰ ਦੀਆਂ ਇਹਨਾਂ ਜੜੀਆਂ ਬੂਟੀਆਂ ਤੋਂ ਦਵਾਈਆਂ ਤਿਆਰ ਕਰਕੇ ਆਪਣੇ ਲਈ ਵਰਤਦੇ ਹਾਂ, ਜਿਸ ਦੇ ਨਾਲ ਸਾਡੀ ਸਿਹਤ ਠੀਕ ਰਹਿੰਦੀ ਹੈ। ਇਸ ਤਰ੍ਹਾਂ ਮਨੁੱਖ ਦੀ ਸਿਹਤ ਲਈ ਵੀ ਜੰਗਲ ਬਹੁਤ ਮਹੱਤਵ ਰੱਖਦੇ ਹਨ। ਆਓ ਅਸੀਂ ਹੁਣ ਇਸ ਜੰਗਲਾਂ ਦੇ ਲਾਭ ਪਾਠ ਨੂੰ ਬੜੇ ਵਿਸਥਾਰ ਨਾਲ ਪੜ੍ਹੀਏ, ਜੋ ਕਿ ਸਾਡੀ ਪਾਠ ਪੁਸਤਕ ਦੇ ਪੰਨਾ ਨੰਬਰ 5 ਤੇ ਹੈ। ਜੰਗਲ ਕੁਦਰਤ ਦੀ ਬਹੁਤ ਵੱਡੀ ਦਾਤ ਹਨ। ਕਈ ਲੋਕ ਜਦੋਂ ਹਜ਼ਾਰਾਂ ਮੀਲਾਂ ਵਿੱਚ ਫੈਲੇ ਜੰਗਲਾਂ ਨੂੰ ਦੇਖਦੇ ਹਨ ਤਾਂ ਸੋਚਦੇ ਹਨ ਕਿ ਧਰਤੀ ਦੇ ਇੰਨੇ ਵੱਡੇ ਵੱਡੇ ਟੋਟੇ ਕਿਉਂ ਵਿਅਰਥ ਪਏ ਹਨ। ਕਹਿੰਦੇ ਕਿ ਬਹੁਤ ਸਾਰੇ ਲੋਕ ਨੇ ਸੋਚਦੇ ਨੇ ਕਿ ਧਰਤੀ ਦੇ ਇੰਨੇ ਵੱਡੇ ਵੱਡੇ ਟੋਟੇ ਜਿਹੜੇ ਆ ਉਹ ਕਿਉਂ ਬੇਕਾਰ ਪਏ ਹਨ। ਵਿਅਰਥ ਮਤਲਬ ਬੇਕਾਰ ਪਏ ਹਨ। ਇਹਨਾਂ ਦੀ ਥਾਂ ਵੱਡੇ ਵੱਡੇ ਸ਼ਹਿਰ ਵਸ ਗਏ ਹਨ। ਪਰ ਉਹਨਾਂ ਨੂੰ ਪਤਾ ਨਹੀਂ ਕਿ ਮਨੁੱਖ ਦੀ ਖੁਸ਼ਹਾਲੀ ਤੇ ਸੁੱਖ ਲਈ ਇਹ ਜੰਗਲ ਬਹੁਤ ਹੀ ਜ਼ਰੂਰੀ ਹਨ। ਜਿਸ ਤਰ੍ਹਾਂ ਕਿਸੇ ਵੱਡੇ ਸ਼ਹਿਰ ਦੀ ਸਿਹਤ ਲਈ ਬਾਗ ਅਤੇ ਤਲਾਅ ਹੋਣੇ ਜ਼ਰੂਰੀ ਹਨ, ਇਸੇ ਤਰ੍ਹਾਂ ਕਿਸੇ ਦੇਸ਼ ਦੀ ਸਿਹਤ ਲਈ ਜੰਗਲਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਦੇਸ਼ ਦੇ ਸਰੀਰ ਵਿੱਚ ਜੰਗਲ ਵੱਡੇ ਫੇਫੜਿਆਂ ਵਾਂਗ ਹਨ। ਜਿਵੇਂ ਫੇਫੜੇ ਨਾ ਹੋਣ ਤਾਂ ਆਦਮੀ ਦਾ ਸਾਹ ਘੁੱਟ ਜਾਂਦਾ ਹੈ, ਇਸੇ ਤਰ੍ਹਾਂ ਜੇ ਜੰਗਲ ਨਾ ਹੋਣ ਤਾਂ ਦੇਸ਼ ਦਾ ਸਾਹ ਘੁੱਟਿਆ ਜਾਵੇ। ਜਿਸ ਤਰ੍ਹਾਂ ਸਰੀਰ ਵਿੱਚ ਸਿਹਤ ਦੀ ਭੁੱਖ ਹੈ, ਉਸੇ ਤਰ੍ਹਾਂ ਆਦਮੀ ਦੀ ਆਤਮਾ ਨੂੰ ਸੁੰਦਰਤਾ ਦੀ ਵੀ ਭੁੱਖ ਹੈ। ਜੰਗਲ ਦੇ ਸ਼ਾਨਦਾਰ ਨਜ਼ਾਰੇ ਆਦਮੀ ਦੀ ਇਸ ਭੁੱਖ ਨੂੰ ਜੁੱਗਾਂ ਜੁੱਗਾਂ ਤੋਂ ਤ੍ਰਿਪਤ ਕਰਦੇ ਆਏ ਹਨ। ਮਨੁੱਖ ਸਦਾ ਕੁਦਰਤ ਦੀ ਇਸ ਮਹਾਨ ਸੁੰਦਰ ਰਚਨਾ ਵੱਲ ਖਿੱਚਿਆ ਜਾਂਦਾ ਰਿਹਾ ਹੈ। ਪਿਛਲੇ ਸਮਿਆਂ ਵਿੱਚ ਰਿਸ਼ੀ ਲੋਕ ਜੰਗਲਾਂ ਵਿੱਚ ਰਹਿ ਕੇ ਤਪੱਸਿਆ ਕਰਦੇ ਸਨ। ਸ਼ਾਇਦ ਹੀ ਕੋਈ ਅਜਿਹਾ ਹਿੰਦੁਸਤਾਨੀ ਮਹਾਂਪੁਰਖ ਹੋਵੇਗਾ ਜਿਸ ਦਾ ਸੰਬੰਧ ਜੰਗਲਾਂ ਨਾਲ ਨਾ ਰਿਹਾ ਹੋਵੇ। ਸ਼੍ਰੀ ਰਾਮ ਚੰਦਰ ਜੀ ਨੇ 14 ਵਰੇ ਮਤਲਬ ਸਾਲ 14 ਵਰੇ ਵਣ ਵਿੱਚ ਕੱਟੇ। ਮਹਾਤਮਾ ਬੁੱਧ ਨੂੰ ਵੀ ਸੰਘਣੇ ਜੰਗਲਾਂ ਵਿੱਚ ਬੋਹੜ ਦੇ ਹੇਠਾਂ ਬਹਿ ਕੇ ਗਿਆਨ ਹੋਇਆ। ਸ਼ੁਰੂ ਵਿੱਚ ਜਦੋਂ ਸ਼ਹਿਰ ਤੇ ਬਸਤੀਆਂ ਨਹੀਂ ਬਣੀਆਂ ਸਨ ਤਾਂ ਜੰਗਲ ਹੀ ਆਦਮੀ ਦੇ ਘਰ ਸਨ, ਕਿਉਂਕਿ ਸ਼ੁਰੂ ਵਿੱਚ ਨਾ ਬਸਤੀਆਂ ਬਣੀਆਂ ਸੀ ਤੇ ਨਾ ਹੀ ਕੋਈ ਸ਼ਹਿਰ ਸੀ। ਲੋਕ ਜੰਗਲਾਂ ਵਿੱਚ ਹੀ ਰਹਿੰਦੇ ਸੀ। ਜੰਗਲਾਂ ਵਿੱਚੋਂ ਹੀ ਪੱਥਰ ਦੇ ਨਾਲ ਅੱਗ ਕੱਢਦੇ ਸੀ ਤੇ ਖਾਣਾ ਪਕਾ ਕੇ ਖਾਂਦੇ ਸੀ। ਅੱਗੇ ਆ ਜੋ ਤਾਂ ਜੰਗਲ ਹੀ ਆਦਮੀ ਦੇ ਘਰ ਸਨ। ਹੁਣ ਵੀ ਜਦ ਅਸੀਂ ਸ਼ਹਿਰਾਂ ਵਿੱਚ ਬਾਗ ਲਾਉਂਦੇ ਹਾਂ ਤਾਂ ਇਸ ਦੇ ਪਿੱਛੇ ਜੰਗਲ ਲਈ ਮਨੁੱਖ ਦੀ ਸਦੀਵੀ ਤਾਂਘ ਲੁਕੀ ਹੁੰਦੀ ਹੈ। ਇਸ ਵਿੱਚ ਕੋਈ ਸੰਦੇਹ ਨਹੀਂ ਹੈ, ਸੰਦੇਹ ਮਤਲਬ ਕੋਈ ਸ਼ੱਕ ਨਹੀਂ ਹੈ ਕਿ ਵੱਡੇ ਵੱਡੇ ਸ਼ਹਿਰ ਬਣਾ ਕੇ ਮਨੁੱਖ ਨੇ ਬਹੁਤ ਉੱਨਤੀ ਕੀਤੀ ਹੈ। ਉੱਨਤੀ ਮਤਲਬ ਤਰੱਕੀ। ਪਰ ਜਿਉਂ-ਜਿਉਂ ਮਨੁੱਖ ਕੁਦਰਤ ਦੇ ਮਹਾਨ ਜੰਗਲਾਂ ਦੇ ਖੁੱਲ੍ਹੇ ਡੁੱਲੇ ਜੀਵਨ ਤੋਂ ਦੂਰ ਹੁੰਦਾ ਗਿਆ,
ਅਤੇ ਲੋਹੇ, ਇੱਟਾਂ ਤੇ ਸੀਮਟ ਦੇ ਪਿੰਜਰਿਆਂ ਵਿੱਚ ਆਪਣੇ ਆਪ ਨੂੰ ਕੈਦ ਕਰਦਾ ਗਿਆ। ਭਾਵ ਕਿ ਜਿਉਂ-ਜਿਉਂ ਮਨੁੱਖ ਜੰਗਲਾਂ ਨੂੰ ਕੱਟਦਾ ਗਿਆ ਅਤੇ ਲੋਹੇ, ਇੱਟਾਂ, ਸੀਮਟ ਦਾ ਜੋ ਮਕਾਨ ਬਣਾ ਕੇ ਉਹਦੇ ਵਿੱਚ ਰਹਿਣ ਲੱਗ ਪਿਆ, ਉਸ ਦੀ ਸਿਹਤ ਡਿੱਗਦੀ ਗਈ। ਅੰਨ ਦੇ ਸੰਕਟ ਕਰਕੇ ਕੁਝ ਦੇਸ਼ਾਂ ਵਿੱਚ ਸਰਕਾਰ ਨੇ ਬਹੁਤ ਸਾਰੇ ਜੰਗਲ ਕੱਟ ਕੇ ਜ਼ਮੀਨ ਨੂੰ ਹੱਲ ਹੇਠ ਲੈ ਆਂਦਾ। ਸ਼ੁਰੂ ਵਿੱਚ ਤਾਂ ਇਹ ਤਜਰਬਾ ਬੜਾ ਸਫਲ ਨਜ਼ਰ ਆਇਆ, ਪਰ ਛੇਤੀ ਹੀ ਆਦਮੀ ਨੂੰ ਆਪਣੀ ਇਸ ਮੂਰਖਤਾ ਦੀ ਸਜ਼ਾ ਮਿਲਣੀ ਸ਼ੁਰੂ ਹੋ ਗਈ। ਜੰਗਲਾਂ ਦੇ ਕੱਟੇ ਜਾਣ ਨਾਲ ਕੁਦਰਤ ਦੇ ਕਾਨੂੰਨ ਅਨੁਸਾਰ ਜਲਵਾਯੂ ਵਿੱਚ ਬਹੁਤ ਤਬਦੀਲੀ ਆ ਗਈ। ਤਬਦੀਲੀ ਮਤਲਬ ਕਾਫੀ ਬਦਲਾਵ ਆ ਗਿਆ। ਸਾਇੰਸ ਦਾ ਅਸੂਲ ਹੈ ਕਿ ਜੰਗਲਾਂ ਨਾਲ ਵਾਯੂਮੰਡਲ ਬੜਾ ਸੀਤਲ ਰਹਿੰਦਾ ਹੈ। ਸੀਤਲ ਮਤਲਬ ਕਾਫੀ ਠੰਡਾ ਰਹਿੰਦਾ ਹੈ। ਜਦ ਬੱਦਲ ਸਮੁੰਦਰ ਵੱਲੋਂ ਉੱਡ ਕੇ ਆਉਂਦੇ ਹਨ ਤਾਂ ਮਾਰੂਥਲ ਉੱਤੋਂ ਦੀ ਬਿਨਾਂ ਮੀਂਹ ਪਾਏ ਲੰਘ ਜਾਂਦੇ ਹਨ। ਜਦ ਜੰਗਲਾਂ ਉੱਤੋਂ ਦੀ ਲੰਘਦੇ ਹਨ ਤਾਂ ਵਾਯੂਮੰਡਲ ਠੰਡਾ ਹੋਣ ਕਰਕੇ ਮੀਂਹ ਵਰ ਪੈਂਦਾ ਹੈ। ਇਹੋ ਕਾਰਨ ਹੈ ਕਿ ਜੰਗਲਾਂ ਨਾਲ ਢੱਕੇ ਹੋਏ ਪਰਬਤਾਂ ਉੱਤੇ ਮੀਂਹ ਬਹੁਤ ਪੈਂਦੇ ਹਨ। ਮਾਰੂਥਲਾਂ ਉੱਤੇ ਬਹੁਤ ਘੱਟ ਵਰਖਾ ਹੁੰਦੀ ਹੈ। ਸਰਕਾਰੀ ਰਿਪੋਰਟਾਂ ਵਿੱਚ ਮੰਨਿਆ ਗਿਆ ਹੈ, ਮਾਰੂਥਲ ਮਤਲਬ ਜਿਹੜੇ ਜੋ ਰੇਤਲੇ ਸਥਾਨ, ਸਰਕਾਰੀ ਰਿਪੋਰਟਾਂ ਵਿੱਚ ਮੰਨਿਆ ਗਿਆ ਹੈ ਕਿ ਜਿੱਥੇ ਜਿੱਥੇ ਵੀ ਜੰਗਲ ਕੱਟੇ ਗਏ ਹਨ, ਉੱਥੇ ਉੱਥੇ ਮੀਂਹ ਘੱਟ ਗਏ ਹਨ। ਭਾਵ ਜਿੱਥੇ ਜਿੱਥੇ ਜੰਗਲ ਨਹੀਂ ਹੈਗੇ, ਉੱਥੇ ਉੱਥੇ ਮੀਂਹ ਜਿਹੜਾ ਉਹ ਘੱਟ ਗਿਆ, ਉੱਥੇ ਮੀਂਹ ਜ਼ਿਆਦਾ ਨਹੀਂ ਪੈਂਦਾ ਅਤੇ ਇਹ ਇਲਾਕੇ ਕੁਝ ਚਿਰ ਫਸਲਾਂ ਦੇਣ ਮਗਰੋਂ ਬੰਜਰ ਹੋ ਗਏ। ਬੰਜਰ ਮਤਲਬ ਕਿ ਹੁਣ ਉੱਥੇ ਕੋਈ ਫਸਲ ਨਹੀਂ ਉਗਦੀ। ਇਸ ਗੱਲ ਵੱਲ ਭਾਰਤ ਸਰਕਾਰ ਨੇ ਉਚੇਚਾ ਧਿਆਨ ਦਿੱਤਾ ਹੈ। ਹਰ ਸਾਲ ਵਣ ਮਹਾਉਤਸਵ ਮਨਾਇਆ ਜਾਂਦਾ ਹੈ ਅਤੇ ਲੱਖਾਂ ਨਵੇਂ ਬਿਰਖ ਲਾਏ ਜਾਂਦੇ ਹਨ। ਬਿਰਖ ਮਤਲਬ ਰੁੱਖ। ਜੇਕਰ ਜੰਗਲ ਨਹੀਂ ਹੋਣਗੇ ਤੇ ਮਨੁੱਖ ਦਾ ਜੀਣਾ ਜੋ ਹੈ ਉਹ ਵਿਅਰਥ ਹੈ ਇਸ ਧਰਤੀ ਦੇ। ਇਸ ਤੋਂ ਛੁੱਟ ਜੰਗਲ ਹੋਰ ਵੀ ਅਨੇਕਾਂ ਮਨੁੱਖੀ ਲੋੜਾਂ ਨੂੰ ਪੂਰਾ ਕਰਦੇ ਹਨ। ਜੰਗਲਾਂ ਦੀ ਲੱਕੜੀ ਨਾਲ ਅਸੀਂ ਮਕਾਨ ਬਣਾਉਂਦੇ ਹਾਂ। ਫਿਰ ਮਕਾਨ ਦੇ ਅੰਦਰ ਕੁਰਸੀਆਂ, ਮੇਜ਼, ਮੰਜੇ, ਪੀੜ੍ਹੀਆਂ ਵੀ ਜੰਗਲ ਦੀ ਹੀ ਦਾਤ ਹਨ। ਇਹ ਸਭ ਕੁਝ ਅਸੀਂ ਲਗਾਉਂਦੇ ਹਾਂ। ਜੇ ਜੰਗਲ ਵਿੱਚੋਂ ਲੱਕੜੀ ਨਾ ਆਵੇ ਤਾਂ ਚੁੱਲ੍ਹੇ ਵਿੱਚ ਅੱਗ ਹੀ ਨਾ ਬਲੇ। ਸਰਦੀ ਵਿੱਚ ਲੋਕ ਪਾਲੇ ਨਾਲ ਠਰ ਜਾਣ। ਭਾਵ ਜੇ ਜੰਗਲ ਵਿੱਚ ਲੱਕੜੀ ਨਾ ਹੋਵੇ, ਜੇ ਜੰਗਲ ਨਹੀਂ ਹੋਣਗੇ ਤੇ ਲੱਕੜੀ ਕਿੱਥੋਂ ਆਏਗੀ? ਜੇ ਲੱਕੜੀ ਨਹੀਂ ਆਏਗੀ ਤੇ ਮਨੁੱਖ ਖਾਣਾ ਕਿਸ ਤਰ੍ਹਾਂ ਪਕਾਏਗਾ? ਕਿਉਂਕਿ ਲੱਕੜੀ ਆਏਗੀ, ਅੱਗ ਬਲੇਗੀ, ਖਾਣਾ ਪੱਕੇਗਾ। ਲੱਕੜੀ ਨਾਲ ਹੀ ਕਿਸ਼ਤੀਆਂ, ਨਿੱਕੇ ਜਹਾਜ਼ ਅਤੇ ਗੱਡੇ ਰੇੜੇ ਆਦਿ ਬਣਾਏ ਗਏ ਹਨ। ਜੇ ਇਹ ਨਾ ਹੋਣ ਤਾਂ ਵਪਾਰ ਅੱਧਾ ਰਹਿ ਜਾਏ ਅਤੇ ਕਈ ਥਾਵਾਂ ਤੇ ਚੀਜ਼ਾਂ ਨਾ ਪਹੁੰਚਣ ਕਰਕੇ ਕਾਲ ਪੈ ਜਾਵੇ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਪੰਨਾ ਨੰਬਰ 5 ਅਤੇ ਪੰਨਾ ਨੰਬਰ 6 ਪੜ੍ਹੇ ਸਨ ਅਤੇ 5 ਪੈਰੇ ਪੜ੍ਹੇ ਸਨ। ਪੰਨਾ ਨੰਬਰ 6 ਤੱਕ ਅਸੀਂ 5 ਪੈਰੇ ਪੜ੍ਹੇ ਹਨ। ਇਹਨਾਂ ਦੇ ਨਾਲ ਸੰਬੰਧਿਤ ਤੁਹਾਨੂੰ ਮੈਂ ਬਹੁਵਿਕਲਪੀ ਪ੍ਰਸ਼ਨ ਦੇ ਰਹੀ ਹਾਂ, ਜਿਨ੍ਹਾਂ ਦੇ ਉੱਤਰ ਤੁਸੀਂ ਇਹਨਾਂ 6 ਪੈਰਿਆਂ ਵਿੱਚੋਂ ਲੱਭ ਕੇ ਸਹੀ ਆਪਣੀ ਕਾਪੀਆਂ ਤੇ ਲਿਖਣੇ ਹਨ। ਪਹਿਲਾ ਪ੍ਰਸ਼ਨ ਹੈ, ਕਿਸੇ ਦੇਸ਼ ਦੀ ਸਿਹਤ ਲਈ ਕੀ ਜ਼ਰੂਰੀ ਹੈ? ਇਹਨਾਂ ਦੇ ਨੀਚੇ 3 ਆਪਸ਼ਨਾਂ ਹਨ। ਕੋਈ ਇੱਕ ਆਪਸ਼ਨ ਪੈਰਿਆਂ ਵਿੱਚੋਂ ਲੱਭ ਕੇ ਤੁਸੀਂ ਸਹੀ ਜਵਾਬ ਆਪਣੀ ਕਾਪੀ ਤੇ ਲਿਖਣਾ ਹੈ। ਅਗਲਾ ਪ੍ਰਸ਼ਨ ਹੈ, ਪਹਿਲਾਂ ਪਿੰਡਾਂ ਵਿੱਚ ਕੀ ਰਿਵਾਜ ਹੁੰਦਾ ਸੀ? ਅਗਲਾ ਪ੍ਰਸ਼ਨ ਹੈ, ਪਹਾੜੀਆਂ ਨੰਗੀਆਂ ਕਿਉਂ ਹੋ ਗਈਆਂ?
ਅੱਗੇ ਆ ਗਏ ਖਾਲੀ ਥਾਵਾਂ। ਜੰਗਲ ਕੁਦਰਤ ਦੀ ਬਹੁਤ ਵੱਡੀ ਡੈਸ਼ ਹਨ। ਅਗਲਾ ਹੈ ਮਾਰੂਥਲਾਂ ਉੱਤੇ ਬਹੁਤ ਘੱਟ ਡੈਸ਼ ਹੁੰਦੀ ਹੈ। ਇਹਨਾਂ 5 ਪ੍ਰਸ਼ਨਾਂ ਦੇ ਉੱਤਰ ਤੁਸੀਂ ਪੈਰਾਂ ਵਿੱਚੋਂ ਲੱਭ ਕੇ ਆਪਣੀ ਕਾਪੀਆਂ ਉੱਤੇ ਲਿਖਣੇ ਹਨ।